ਬੱਚਾ ਜਦੋਂ 5ਵੀਂ ਜਮਾਤ 'ਤੇ ਜਾਂਦਾ ਤੇ ਉਹਦੇ ਤੋਂ ਜਾਤੀ ਸਰਟੀਫਿਕੇਟ ਮੰਗਦੇ ਨੇ। ਉੱਥੇ ਮੈਨੂੰ ਇਹ ਦੱਸਿਆ ਜਾਵੇ ਕਿ ਬੱਚੇ ਨੂੰ ਜਦੋਂ ਸਟੱਡੀ ਕਰਨ ਜਾ ਰਿਹਾ ਵਾ ਤੇ ਉੱਥੇ ਜਾਤੀ ਸਰਟੀਫਿਕੇਟ ਦੀ ਕੀ ਜ਼ਰੂਰਤ ਹੈ। ਐਸੀ ਕਿਹੜੀ ਮਤਲਬ ਸਕੀਮ ਹੈ ਜੋ ਜਾਤੀ ਨੂੰ ਹੀ ਮਿਲੂਗੀ, ਇੱਕ ਐਜੂਕੇਸ਼ਨ ਲੈਣ ਵਾਲੇ ਬੱਚੇ ਨੂੰ ਨਹੀਂ ਮਿਲੂਗੀ। ਇੱਕ ਬੋਰਡ ਬਣਾਉਣ ਦੀ ਜ਼ਰੂਰਤ ਹੈ ਜਿਹਦੇ 'ਚ ਨਾ ਕੋਈ ਸੈਂਟਰਲ ਬੋਰਡ ਹੋਵੇ ਨਾ ਕੋਈ ਸਟੇਟ ਬੋਰਡ ਹੋਵੇ। ਇੱਕ ਬੋਰਡ ਹੋਵੇ ਉੱਥੇ ਬੱਚਾ ਆਪਣੀ ਐਜੂਕੇਸ਼ਨ ਲਵੇ। ਇੰਡੀਅਨ ਐਜੂਕੇਸ਼ਨ ਬੋਰਡ ਇੱਕ ਬੋਰਡ ਜਿਹਦੇ 'ਚ ਜਿਹੜੀ ਜਾਤੀਵਾਦ ਦੀ ਭਾਵਨਾ ਹੈ, ਅਮੀਰੀ ਗਰੀਬੀ ਦੀ ਜਿਹੜੀ ਭਾਵਨਾ ਹੈ ਉਹ ਖਤਮ ਹੋਊਗੀ। ਪਿਛਲੇ ਅਸੀਂ 1 ਸਾਲ ਤੋਂ ਇਹਦੇ 'ਤੇ ਕੰਮ ਕਰ ਰਹੇ ਹਾਂ ਕਿ ਕੀ ਕਾਰਨ ਨੇ ਜੋ ਬੱਚੇ ਸੁਸਾਈਡ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਫਿਰ ਕੀ ਕਾਰਨ ਨੇ ਜੋ ਬੱਚੇ ਸਟੱਡੀ ਡਰੋਪ ਆਊਟ ਕਰ ਰਹੇ ਨੇ। ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਹਮੇਸ਼ਾ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜਿਹੜੇ ਮਤਲਬ ਇੰਡੀਆ ਦਾ ਐਜੂਕੇਸ਼ਨ ਰੇਟ ਹੈ ਉਹ 99 ਹੈ ਜਾਂ 98 ਤੱਕ ਪਹੁੰਚਦਾ ਹੈ, ਪਰ ਐਸਾ ਕਿੱਥੇ ਮੈਨੂੰ ਇਹ ਦੱਸਿਆ ਜਾਵੇ। ਕਿਉਂਕਿ ਅਗਰ ਤੁਸੀਂ ਦੇਖੋਗੇ ਬੱਚਾ 10ਵੀਂ ਤੋਂ ਬਾਅਦ ਡਰੋਪ ਆਊਟ ਕਰ ਰਿਹਾ ਹੈ, ਉਹ ਬੱਚੇ ਕਿੱਥੇ ਜਾ ਰਹੇ ਨੇ। 12ਵੀਂ ਤੋਂ ਬਾਅਦ ਬੱਚੇ ਡਰੋਪ ਆਊਟ ਕਰ ਰਹੇ ਨੇ, ਗ੍ਰੈਜੂਏਸ਼ਨ ਤੱਕ ਤਾਂ ਬੱਚੇ ਪਹੁੰਚ ਹੀ ਨਹੀਂ ਪਾਉਂਦੇ। ਇੱਕ ਪ੍ਰੋਪਰ ਐਜੂਕੇਸ਼ਨ ਉਹਨਾਂ ਨੂੰ ਮਿਲਦੀ ਹੀ ਨਹੀਂ। ਕੋਵਿਡ ਟਾਈਮ ਤੇ ਕਿੰਨੇ ਬੱਚੇ ਜਿਹੜੇ ਸੀਗੇ ਉਹਨਾਂ ਨੇ ਡਰੋਪ ਆਊਟ, ਆਪਣੀ ਸਟੱਡੀ ਤੋਂ ਡਰੋਪ ਆਊਟ ਕਰ ਗਏ। ਕਿੰਨੇ ਬੱਚਿਆਂ ਨੇ ਸੁਸਾਈਡ ਕੀਤੀ ਸਿਰਫ ਔਰ ਸਿਰਫ ਪੜ੍ਹਨ ਲਈ, ਤੇ ਉਹਨਾਂ ਉੱਤੇ ਕੋਈ ਵੀ ਸਕੀਮ ਨਹੀਂ ਆਈ, ਕੋਈ ਵੀ ਕੰਡੀਸ਼ਨਸ ਨਹੀਂ ਆਈ ਕਿ ਜਿਹੜੇ ਬੱਚੇ ਡਰੋਪ ਆਊਟ ਕਰਕੇ ਗਏ ਨੇ ਕੋਵਿਡ ਟਾਈਮ ਤੇ ਉਹਨਾਂ ਨੂੰ ਕਿੱਦਾਂ ਆਪਾਂ ਐਜੂਕੇਸ਼ਨ ਤੇ ਲੈ ਕੇ ਆਈਏ। ਔਨੇਬਲ ਸੀਐਮ ਜੀ ਨੇ ਇਹ ਕਿਹਾ ਕਿ ਅਸੀਂ ਆਪਣੇ ਟੀਚਰਸ ਨੂੰ ਫਿਨਲੈਂਡ ਭੇਜਾਂਗੇ, ਆਇਰਲੈਂਡ ਭੇਜਾਂਗੇ, ਜਿੱਥੇ ਉਹ ਐਜੂਕੇਸ਼ਨ ਮਤਲਬ ਸਿੱਖ ਕੇ ਆਉਣਗੀਆਂ ਤੇ ਦੇਸ਼ ਵਿੱਚ। ਸਰ ਮੈਂ ਉਹਨਾਂ ਨੂੰ ਇੱਕ ਵਾਰੀ ਇਹ ਕਹਿਣਾ ਚਾਹੂੰਗਾ, ਰਿਕਵੈਸਟ ਹੀ ਹੈ ਸਾਡੀ ਸੁਸਾਇਟੀ ਵੱਲੋਂ, ਕਿ ਦੂਸਰੇ ਦੇਸ਼ ਤੇ ਭੇਜਣ ਦੀ ਬਜਾਏ ਇੱਕ ਵਾਰੀ ਉਹ ਬੱਚਿਆਂ ਵਿੱਚ ਵਿਚਰ ਕੇ ਦੇਖਣ, ਉਹਨਾਂ ਨੂੰ ਪਤਾ ਚੱਲ ਜੂਗਾ ਕਿ ਕੀ ਦਿੱਕਤ ਸੀ ਨੇ। ਅਸੀਂ ਖੁਦ ਇੱਕ ਪ੍ਰੋਜੈਕਟ ਰੈਡੀ ਕਰਕੇ ਗਵਰਨਮੈਂਟ ਦੇ ਸਾਹਮਣੇ ਪਿਛਲੇ 1 ਸਾਲ ਤੋਂ ਰਿਕਵੈਸਟ ਕਰ ਰਹੇ ਹਾਂ, ਸਰ ਇੱਕ ਵਾਰੀ ਸੁਣਿਆ ਜਾਵੇ ਸਾਡਾ ਪ੍ਰੋਜੈਕਟ। ਅਸੀਂ ਬਹੁਤ ਸਾਰੇ ਬੱਚਿਆਂ ਨੂੰ ਬਚਾ ਸਕਦੇ ਹਾਂ, ਬਹੁਤ ਸਾਰੇ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾ ਸਕਦੇ ਹਾਂ। ਕਿਉਂਕਿ ਹਰ ਇੱਕ NGO ਖੜੀ ਹੋ ਜਾਂਦੀ, ਉਹ ਕਹਿੰਦੀ ਜੀ ਅਸੀਂ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਰਹੇ ਹਾਂ, ਡਿਪਾਰਟਮੈਂਟ ਬਣੇ ਹੋਏ ਹੈ, ਸਕੋਲਰਸ਼ਿਪ ਆ ਰਹੀ ਹੈ, ਤੇ ਉਹ ਅਸੀਂ ਇੱਕ ਸਿਸਟਮੈਟਿਕ ਤਰੀਕੇ ਨਾਲ ਹਰ ਇੱਕ ਬੱਚੇ ਤੱਕ ਪਹੁੰਚਾਵਾਂਗੇ। ਗਲਤ ਕੰਮ ਕਰਨ ਵਾਲੇ ਨੂੰ ਗਲਤ ਸਜ਼ਾ ਦਿੱਤੀ ਜਾਵੇ। ਆਪਾਂ ਹਮੇਸ਼ਾ ਆਪਣਾ ਅਮਰੀਕਾ ਨਾਲ ਕੰਪੈਰੀਜ਼ਨ ਕਰਦੇ ਹਾਂ, ਦੁਬਈ ਨਾਲ ਕਰਦੇ ਹਾਂ। ਦੁਬਈ ਦੇ ਲੋਅ ਤੇ ਦੇਖੋ ਸਰ ਕਿੰਨੇ ਸਖਤ ਨੇ। ਉੱਥੇ ਕੋਈ ਐਕਸੀਡੈਂਟ ਵੀ ਕਰ ਦੇਵੇ ਤੇ ਉਹਨੂੰ 6 ਮਹੀਨੇ ਦੀ ਜੇਲ੍ਹ ਮਿੰਟੋ ਮਿੰਟ ਹੋ ਜਾਂਦੀ ਹੈ। ਕੋਈ ਰੇਪ ਕਰ ਦੇਵੇ ਤੇ ਉਹਦਾ ਸਿਰ ਕਤਲ ਕਰ ਦਿੱਤਾ ਜਾਂਦਾ ਹੈ। ਸਰ ਖੌਫ ਹੈ, ਡਰ ਬਣਾਇਆ ਤਾਂ ਜਾ ਕੇ ਉਹ ਦੇਸ਼ ਸਿਕਿਉਰ ਹੈ, ਅੱਗੇ ਵੱਧ ਰਿਹਾ। ਤੇ ਆਪਣੇ ਇੰਡੀਆ 'ਚ ਦੇਖੋ ਸਰ ਹਰ ਦਿਨ ਅਗਰ ਇਹਦਾ ਵੀ ਤੁਸੀਂ ਆંકੜਾ ਚੈੱਕ ਕਰੋਗੇ 475 ਬੱਚੇ ਤੋਂ ਜ਼ਿਆਦਾ, ਬੱਚੀਆਂ ਜ਼ਿਆਦਾ ਰੇਪ ਹੁੰਦੀਆਂ। ਹਰ 1 ਘੰਟੇ ਵਿੱਚ 2 ਰੇਪ ਕੇਸ ਆਉਂਦੇ ਨੇ, ਹਰ 4 ਮਿੰਟ ਵਿੱਚ 1 ਰੇਪ ਕੇਸ ਆ ਰਿਹਾ। ਇਹ ਅਲੱਗ-ਅਲੱਗ ਡਾਟਾ ਨੇ ਸਰ ਜਿਹੜੇ ਅਸੀਂ ਸਟੱਡੀ ਕੀਤੇ ਨੇ। ਹਰ ਇੱਕ ਡਾਟਾ ਅਲੱਗ-ਅਲੱਗ ਗੱਲ ਕਹਿੰਦਾ ਹੈ। ਇਹ ਸਿਰਫ ਉਹ ਡਾਟਾ ਨੇ ਜੋ ਰਿਕਾਰਡ ਹੋ ਚੁੱਕੇ ਨੇ, ਲੇਕਿਨ ਜਿਹੜਾ ਡਾਟਾ ਰਿਕਾਰਡ ਹੀ ਨਹੀਂ ਹੋਇਆ ਉਹ ਕਿੱਥੇ ਹੈ ਸਰ। ਜੀ ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ। ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ। ਪੰਜਾਬ ਦਾ ਐਜੂਕੇਸ਼ਨ ਸਿਸਟਮ ਅੱਜ ਕਿੱਥੇ ਸਟੈਂਡ ਕਰਦਾ ਉਹ ਵੀ ਤੁਹਾਨੂੰ ਦੱਸਾਂਗੇ। ਸਾਡੇ ਨਾਲ ਇੱਕ 18 ਸਾਲ ਦਾ ਨੌਜਵਾਨ ਅਮਿਤ ਕੁਮਾਰ ਮੌਜੂਦ ਆ, ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ, ਕਿਉਂਕਿ ਜਦੋਂ ਮੈਂ ਇਹਦੀ ਪਹਿਲੀ ਇੱਕ ਇੰਟਰਵਿਊ ਕੀਤੀ ਸੀ ਉਦੋਂ ਇਸ ਵੀਰ ਨੇ ਸਾਰੀ NGOs ਦਾ ਜਿਹੜਾ ਚਿੱਠਾ ਉਹ ਖੋਲ ਕੇ ਸਾਹਮਣੇ ਲਿਆਂਦਾ ਸੀ ਮੀਡੀਆ ਦੇ ਸਾਹਮਣੇ, ਪਰ ਅੱਜ ਇਹ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਆ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੋਂ ਬਾਅਦ। ਹਾਲਾਂਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਆ ਔਰ ਲਗਾਤਾਰ ਨਵੀਂ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ ਵਰਕਿੰਗ ਸ਼ੁਰੂ ਹੈ ਔਰ ਜਲਦੀ ਹੀ ਪੰਜਾਬ ਦੇ ਹਰ ਮੁੱਦੇ ਦਾ ਹੱਲ ਕੀਤਾ ਜਾਏਗਾ। ਪਰ ਕੀ ਅੱਜ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਇਹ ਬਣਿਆ ਹੋਇਆ, ਕਿਉਂਕਿ ਹਰ ਅਸੀਂ ਸਟੇਟ ਦੀ ਗੱਲ ਕਰ ਲਈਏ, ਹਰ ਸ਼ਹਿਰ ਦੀ ਗੱਲ ਕਰ ਲਈਏ, ਹਰ ਪਿੰਡ ਦੀ ਗੱਲ ਕਰ ਲਈਏ, ਤਾਂ ਇੱਕ ਐਜੂਕੇਸ਼ਨ ਸਿਸਟਮ ਇੱਕ ਅਜਿਹਾ ਮੁੱਦਾ ਵਾ ਜਿਹਦੇ ਉੱਤੇ ਹਰ ਵਾਰ ਕੋਈ ਨਾ ਕੋਈ ਸਵਾਲ ਉੱਠਦੇ ਨੇ। ਸੋ ਗੱਲਬਾਤ ਕਰਾਂਗੇ, ਵੀਰ ਸਾਡੇ ਨਾਲ ਮੌਜੂਦ ਆ। ਕੀ ਹਾਲ ਆ ਵੀਰੇ? ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ। ਠੀਕ ਠਾਕ ਹੋ ਜੀ? ਬਿਲਕੁਲ। ਐਜੂਕੇਸ਼ਨ ਸਿਸਟਮ ਤੇ ਗੱਲ ਕਰਾਂਗੇ। ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ, ਅਜਿਹਾ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਖਰਾਬੀ ਚੱਲ ਰਹੀ ਹੈ ਜਿਸ ਦੀ ਸਰਚ ਤੁਸੀਂ ਕੀਤੀ ਹੈ ਔਰ ਜੋ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਪਹਿਲਾਂ ਤਾਂ ਅਸੀਂ ਜੇਕਰ ਗੱਲ ਕਰੀਏ ਪੰਜਾਬ ਦੇ ਐਜੂਕੇਸ਼ਨ ਸਿਸਟਮ ਜਾਂ ਇੰਡੀਆ ਦੇ ਐਜੂਕੇਸ਼ਨ, ਤੇ ਉਹ ਜਾਤੀ ਪਾਤੀ ਦੇ ਆਧਾਰ 'ਤੇ ਵਟਿਆ ਹੋਇਆ ਵਾ, ਅਮੀਰੀ ਗਰੀਬੀ ਦਾ ਭੇਦਭਾਵ ਕਰਦਾ ਹੈ। ਉਹ ਕਿੱਦਾਂ? ਹਰ ਇੱਕ ਸਟੇਟ ਦਾ ਆਪਣਾ ਅਲੱਗ ਬੋਰਡ ਬਣਿਆ ਹੈ
ਠੀਕ ਹੈ, ਸੈਂਟਰਲ ਬੋਰਡ ਅਮੀਰੀ ਗਰੀਬੀ ਨੂੰ ਦਿਖਾਉਂਦਾ ਹੈ। ਅਗਰ ਬੱਚਾ ਸਟੇਟ ਬੋਰਡ 'ਤੇ ਪੜ੍ਹ ਰਿਹਾ ਵਾ ਅਤੇ ਉਹਦੇ ਅੰਦਰ ਇੱਕ ਹੀਨ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਮੈਂ ਪੰਜਾਬ ਬੋਰਡ ਤੋਂ ਪੜ੍ਹਿਆ ਵਾ ਅਤੇ ਇੱਕ ਬੱਚਾ ਸੈਂਟਰਲ ਬੋਰਡ ਤੋਂ ਪੜ੍ਹਿਆ ਵਾ। ਅਤੇ ਇਸ ਸਿਸਟਮ ਨੂੰ ਸਾਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਅਗਰ ਦੇਸ਼ ਇੱਕ ਹੈ, ਠੀਕ ਹੈ, ਕਾਨੂੰਨ ਇੱਕ ਹੈ, ਬੱਚਿਆਂ ਲਈ ਬਣੇ, ਤੇ ਇੰਡੀਅਨ ਐਜੂਕੇਸ਼ਨ ਬੋਰਡ ਆਪਾਂ ਕਿਉਂ ਨਹੀਂ ਬਣਾ ਸਕਦੇ? ਇੱਕ ਐਜੂਕੇਸ਼ਨ ਬੋਰਡ ਕਿਉਂ ਨਹੀਂ ਬਣਾ ਸਕਦੇ? ਹਰ ਇੱਕ ਬੱਚੇ ਨੂੰ ਇੱਕ ਐਜੂਕੇਸ਼ਨ ਮਿਲੂਗੀ ਅਤੇ ਉਹਨਾਂ 'ਚ ਇਕੁਐਲਿਟੀ ਪੈਦਾ ਹੋਊਗੀ। ਕਿਉਂਕਿ ਅਗਰ ਦੇਖਿਆ ਜਾਵੇ, ਬੱਚਾ ਜਦੋਂ 5ਵੀਂ ਜਮਾਤ 'ਤੇ ਜਾਂਦਾ ਅਤੇ ਉਹਦੇ ਤੋਂ ਜਾਤੀ ਸਰਟੀਫਿਕੇਟ ਮੰਗਦੇ ਨੇ। ਉੱਥੇ ਮੈਨੂੰ ਇਹ ਦੱਸਿਆ ਜਾਵੇ ਕਿ ਬੱਚੇ ਨੂੰ ਜਦੋਂ ਸਟੱਡੀ ਕਰਨ ਜਾ ਰਿਹਾ ਵਾ ਅਤੇ ਉੱਥੇ ਜਾਤੀ ਸਰਟੀਫਿਕੇਟ ਦੀ ਕੀ ਜ਼ਰੂਰਤ ਹੈ? ਐਸੀ ਕਿਹੜੀ ਮਤਲਬ ਸਕੀਮ ਹੈ ਜੋ ਜਾਤੀ ਨੂੰ ਹੀ ਮਿਲੂਗੀ, ਇੱਕ ਐਜੂਕੇਸ਼ਨ ਲੈਣ ਵਾਲੇ ਬੱਚੇ ਨੂੰ ਨਹੀਂ ਮਿਲੂਗੀ? ਇਹ ਚੀਜ਼ਾਂ ਜਿਹੜੀਆਂ ਨੇ ਇਹ ਖ਼ਤਮ ਕਰਨ ਦੀ ਜ਼ਰੂਰਤ ਨੇ। ਸਾਨੂੰ ਇੱਕ ਬੋਰਡ ਬਣਾਉਣ ਦੀ ਜ਼ਰੂਰਤ ਹੈ ਜਿਹਦੇ 'ਚ ਨਾ ਕੋਈ ਸੈਂਟਰਲ ਬੋਰਡ ਹੋਵੇ, ਨਾ ਕੋਈ ਸਟੇਟ ਬੋਰਡ ਹੋਵੇ। ਇੱਕ ਬੋਰਡ ਹੋਵੇ, ਉੱਥੇ ਬੱਚਾ ਆਪਣੀ ਐਜੂਕੇਸ਼ਨ ਲਵੇ। ਇੰਡੀਅਨ ਐਜੂਕੇਸ਼ਨ ਬੋਰਡ ਇੱਕ ਬੋਰਡ ਜਿਹਦੇ 'ਚ ਜਿਹੜੀ ਜਾਤੀਵਾਦ ਦੀ ਭਾਵਨਾ ਹੈ, ਅਮੀਰੀ ਗਰੀਬੀ ਦੀ ਜਿਹੜੀ ਭਾਵਨਾ ਹੈ, ਉਹ ਖ਼ਤਮ ਹੋਊਗੀ। ਕਿੰਨੇ ਕੁ ਸਮੇਂ ਤੋਂ ਇਹ ਸਰਚ ਤੁਹਾਡੀ ਜਾਰੀ ਹੈ? ਇਹ ਸਾਨੂੰ ਪਿਛਲੇ ਅਸੀਂ 1 ਸਾਲ ਤੋਂ ਇਹਦੇ 'ਤੇ ਕੰਮ ਕਰ ਰਹੇ ਹਾਂ ਕਿ ਕੀ ਕਾਰਨ ਨੇ ਜੋ ਬੱਚੇ ਸੁਸਾਈਡ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਫਿਰ ਕੀ ਕਾਰਨ ਨੇ ਜੋ ਬੱਚੇ ਸਟੱਡੀ ਡਰੋਪ ਆਊਟ ਕਰ ਰਹੇ ਨੇ। ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਹਮੇਸ਼ਾ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜਿਹੜੇ ਮਤਲਬ ਇੰਡੀਆ ਦਾ ਐਜੂਕੇਸ਼ਨ ਰੇਟ ਹੈ ਉਹ 99 ਹੈ ਜਾਂ 98 ਤੱਕ ਪਹੁੰਚਦਾ ਹੈ, ਪਰ ਐਸਾ ਕਿੱਥੇ ਮੈਨੂੰ ਇਹ ਦੱਸਿਆ ਜਾਵੇ। ਕਿਉਂਕਿ ਅਗਰ ਤੁਸੀਂ ਦੇਖੋਗੇ ਬੱਚਾ 10ਵੀਂ ਤੋਂ ਬਾਅਦ ਡਰੋਪ ਆਊਟ ਕਰ ਰਿਹਾ, ਉਹ ਬੱਚੇ ਕਿੱਥੇ ਜਾ ਰਹੇ ਨੇ? 12ਵੀਂ ਤੋਂ ਬਾਅਦ ਬੱਚੇ ਡਰੋਪ ਆਊਟ ਕਰ ਰਹੇ ਨੇ। ਗ੍ਰੈਜੂਏਸ਼ਨ ਤੱਕ ਤਾਂ ਬੱਚੇ ਪਹੁੰਚ ਹੀ ਨਹੀਂ ਪਾਉਂਦੇ, ਇੱਕ ਪ੍ਰੋਪਰ ਐਜੂਕੇਸ਼ਨ ਉਹਨਾਂ ਨੂੰ ਮਿਲਦੀ ਹੀ ਨਹੀਂ। ਅਤੇ ਉਹ ਇਹ ਕਹਿ ਰਹੇ ਨੇ ਕਿ ਆਪਣਾ ਲਿਟਰੇਸੀ ਰੇਟ ਜਿਹੜਾ ਹੈ ਉਹ ਬਹੁਤ ਹਾਈ ਹੈ, ਆਪਾਂ ਬਹੁਤ ਅੱਗੇ ਵੱਧ ਰਹੇ ਹਾਂ ਐਜੂਕੇਸ਼ਨ ਦੇ ਮਾਮਲੇ 'ਚ। ਪਰ ਇਹਨਾਂ ਬੱਚਿਆਂ 'ਤੇ ਵੀ ਕੀ ਧਿਆਨ ਦਿੱਤਾ ਜਾਵੇ? ਜਿੱਦਾਂ ਕਿ ਹਾਲੇ ਪਿਛਲੇ ਸਾਲ ਆਪਾਂ ਦੇਖੀਏ ਤਾਂ ਕੋਵਿਡ ਟਾਈਮ ਰਿਹਾ ਆਪਣਾ। ਕੋਵਿਡ ਟਾਈਮ 'ਤੇ ਕਿੰਨੇ ਬੱਚੇ ਜਿਹੜੇ ਸੀਗੇ ਉਹਨਾਂ ਨੇ ਡਰੋਪ ਆਊਟ, ਆਪਣੀ ਸਟੱਡੀ ਤੋਂ ਡਰੋਪ ਆਊਟ ਕਰ ਗਏ। ਕਿੰਨੇ ਬੱਚਿਆਂ ਨੇ ਸੁਸਾਈਡ ਕੀਤੀ ਸਿਰਫ ਔਰ ਸਿਰਫ ਪੜ੍ਹਨ ਲਈ, ਅਤੇ ਉਹਨਾਂ ਉੱਤੇ ਕੋਈ ਵੀ ਸਕੀਮ ਨਹੀਂ ਆਈ, ਕੋਈ ਵੀ ਕੰਡੀਸ਼ਨਸ ਨਹੀਂ ਆਈ ਕਿ ਜਿਹੜੇ ਬੱਚੇ ਡਰੋਪ ਆਊਟ ਕਰਕੇ ਗਏ ਨੇ ਕੋਵਿਡ ਟਾਈਮ 'ਤੇ ਉਹਨਾਂ ਨੂੰ ਕਿੱਦਾਂ ਆਪਾਂ ਐਜੂਕੇਸ਼ਨ 'ਤੇ ਲੈ ਕੇ ਆਈਏ। ਨਵੇਂ ਸਿੱਖਿਆ ਮੰਤਰੀ ਮੀਤ ਹੇਅਰ ਬਣੇ ਨੇ, ਉਹਨਾਂ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਤੁਹਾਡੀ ਆਪਣੀ ਸਰਚ ਨੂੰ ਲੈ ਕੇ? ਅਸੀਂ ਨਵੇਂ ਸਿੱਖਿਆ ਮੰਤਰੀ ਜਿਹੜੇ ਬਣੇ ਨੇ ਉਹਨਾਂ ਦੇ ਨਾਲ ਹੀ ਅਸੀਂ ਬਹੁਤ ਸਾਰੇ ਡਿਪਾਰਟਮੈਂਟਸ ਨੂੰ ਪਿਛਲੇ 1 ਸਾਲ ਤੋਂ ਜਿਹੜੀਆਂ ਚੀਜ਼ਾਂ ਨੇ ਉਹ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੂੰ ਆਪਾਂ ਔਨਲਾਈਨ ਈਮੇਲ ਕੀਤੀ, ਫੇਸਬੁੱਕ 'ਤੇ ਮੈਸੇਜ, ਇੰਸਟਾਗ੍ਰਾਮ, ਜੋ ਵੀ ਔਨਲਾਈਨ ਪਲੇਟਫਾਰਮਸ ਹੈ ਆਪਾਂ ਉੱਥੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਕੋਈ ਕੰਟੈਕਟ ਨਹੀਂ ਹੋ ਪਾਇਆ। ਅਤੇ ਦੂਸਰੇ ਪਾਸੇ ਫਿਰ ਜਦੋਂ ਸਾਨੂੰ ਇਹ ਲੱਗਾ ਕਿ ਹੁਣ ਔਨਲਾਈਨ ਸਿਸਟਮ ਕੀ ਪਤਾ ਨਹੀਂ ਚੱਲ ਰਿਹਾ ਹੋਵੇ, ਸਾਡਾ ਡਾਟਾ ਨਾ ਜਾ ਰਿਹਾ ਹੋਵੇ, ਅਤੇ ਆਪਾਂ ਪਰਸਨਲੀ ਉਹਨਾਂ ਨੂੰ ਫਿਰ ਇੱਕ ਕੰਪਲੇਨ ਕੀਤੀ, ਜਿਹਦੇ ਵਿੱਚ ਬਾਈ ਪੋਸਟ ਅਸੀਂ ਕੰਪਲੇਨ ਕੀਤੀ। PMO ਆਫਿਸ, ਕਮਿਸ਼ਨਰ ਪੁਲਿਸ ਆਫ ਲੁਧਿਆਣਾ, ਜਿਹੜੇ ਡਿਪਾਰਟਮੈਂਟਸ ਨੇ, ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਲੁਧਿਆਣਾ, ਜਿਹਦੇ ਵਿੱਚ ਅਸੀਂ ਇਹ ਲਿਖਿਆ ਕਿ ਆਹ ਬੱਚੇ ਨੇ, ਇਹਨਾਂ ਬੱਚਿਆਂ ਨੇ ਸੁਸਾਈਡ ਕੀਤੀ ਹੈ, ਇਹਨਾਂ ਬੱਚਿਆਂ ਦੀ ਜਾਣਕਾਰੀ ਦੁਬਾਰਾ ਇਹਨਾਂ ਦੀ ਚੱਕੀ ਜਾਵੇ ਤਾਂ ਕਿ ਇਹਨਾਂ ਬੱਚਿਆਂ ਨੂੰ ਸੁਸਾਈਡ ਕਰਨ ਤੋਂ ਬਚਾਇਆ ਜਾ ਸਕੇ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੂੰ ਐਜੂਕੇਸ਼ਨ ਫੀਲਡ 'ਤੇ ਜਿਹੜੀ ਨੀਡ ਸੀ ਉਹ ਦਿੱਤੀ ਜਾਵੇ। ਅਸੀਂ ਗਵਰਨਮੈਂਟ ਨੂੰ ਇੱਕ ਡਾਟਾ ਵੀ ਲਿਖ ਕੇ ਦਿੱਤਾ ਸਰ ਕਿ ਇਹ ਕੇਸ ਆ, ਇਹਨਾਂ ਨੂੰ ਰੀਇਨਵੈਸਟੀਗੇਟ ਕਰਨ ਦੀ ਜ਼ਰੂਰਤ ਹੈ, ਪਰ ਹਾਲੇ ਤੱਕ ਸਾਨੂੰ ਕੋਈ ਰਿਪਲਾਈ ਨਹੀਂ ਆਇਆ। ਉਹ ਕਿਉਂ ਨਹੀਂ ਆਇਆ? ਕੀ ਸਮਝਦੇ ਹੋ ਕਿਉਂ ਰਿਪਲਾਈ ਨਹੀਂ ਆਇਆ? ਕਿਉਂਕਿ ਨਵੀਂ ਸਰਕਾਰ, ਜਿਵੇਂ ਤੁਸੀਂ ਦੇਖਿਆ ਹੋਣਾ, ਸਰਚ ਕਾਫੀ ਵਧੀਆ ਤੁਸੀਂ ਕਰ ਰਹੇ ਹੋ, ਔਰ ਕਾਫੀ ਮੁੱਦਿਆਂ 'ਤੇ ਜਦੋਂ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਦੋਂ ਤੁਸੀਂ NGO ਦੀ ਸਾਰੀ ਗੱਲ ਮੇਰੇ ਨਾਲ ਕੀਤੀ ਸੀ, ਔਰ NGO ਦਾ ਜਿਹੜਾ ਝੂਠਾ ਸੱਚ ਆ ਉਹ ਸਾਹਮਣੇ ਲੈ ਕੇ ਆਏ ਸੀਗੇ। ਸੋ ਕੀ ਲੱਗਦਾ ਕਿ ਉਦੋਂ ਵੀ, ਉਸ ਤੋਂ ਲੈ ਕੇ ਹੁਣ ਤੱਕ ਤਕਰੀਬਨ ਸਾਲ ਹੋ ਗਿਆ ਆਪਾਂ ਨੂੰ ਗੱਲਬਾਤ ਕੀਤੇ ਹੋਏ ਨੂੰ, ਕੀ ਲੱਗਦਾ ਕੋਈ ਆਇਆ, ਕੋਈ ਜਵਾਬ ਆਇਆ ਜਾਂ ਕੋਈ ਸੁਧਾਰ ਦਿਖਿਆ ਵਾ ਸਿਸਟਮ ਦੇ ਵਿੱਚ? ਨਹੀਂ ਸਰ, ਉਦੋਂ ਦੇ ਅਸੀਂ ਪਿਛਲੇ 1 ਸਾਲ ਤੋਂ ਮਿਹਨਤ ਕਰ ਰਹੇ ਹਾਂ। ਨਵੀਂ ਗਵਰਨਮੈਂਟ ਬਣੀ ਹੈ, ਅਸੀਂ ਨਵੀਂ ਗਵਰਨਮੈਂਟ ਨੂੰ ਟਾਈਮ ਦੇ ਰਹੇ ਹਾਂ। ਅਸੀਂ ਉਹਨਾਂ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ 3-4 ਵਾਰੀ ਬਾਏ ਲੈਟਰ ਆਪਾਂ ਪੋਸਟ ਕਰ ਚੁੱਕੇ ਹਾਂ ਕਿ ਸਾਨੂੰ ਕੋਈ ਰਿਪਲਾਈ ਮਿਲੇ, ਬਟ ਹਲੇ ਤੱਕ ਸਾਨੂੰ ਕੋਈ ਰਿਪਲਾਈ ਨਹੀਂ ਮਿਲਿਆ। ਜਿੱਦਾਂ ਹੁਣ ਅਸੀਂ NGO ਦੀ ਗੱਲ ਕਰੀਏ, ਦੇਸ਼ ਵਿੱਚ ਹਰ ਇੱਕ ਸਿਟੀ ਵਿੱਚ 200 ਤੇ 300 NGOs ਨੇ ਜੋ ਸਿਰਫ ਇਹ ਕਹਿੰਦੀਆਂ ਨੇ ਅਸੀਂ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਰਹੇ ਹਾਂ, ਫ੍ਰੀ ਆਫ ਕੋਸਟ ਹੈਲਥ ਪ੍ਰੋਵਾਈਡ ਕਰਵਾ ਰਹੇ ਹਾਂ, ਫ੍ਰੀ ਆਫ ਕੋਸਟ ਬੁੱਕਸ ਦੇ ਰਹੇ ਹਾਂ 1 ਤੋਂ 18 ਸਾਲ ਦੇ ਬੱਚਿਆਂ ਨੂੰ। ਮੈਂ ਜ਼ਿਆਦਾ ਵੱਡੀ ਗੱਲ ਨਹੀਂ ਕਰੂੰਗਾ, ਪਰ ਉਹ ਕਿੱਥੇ ਨੇ ਸਰ? ਅਗਰ ਐਸਾ ਹੁੰਦਾ ਤਾਂ ਕੋਈ ਬੱਚਾ ਸਟੱਡੀ ਲਈ ਸੁਸਾਈਡ ਕਰਦਾ ਹੋਇਆ ਨਜ਼ਰ ਨਾ ਆਉਂਦਾ,
ਕੋਈ ਵੀ ਬੱਚੀ ਮੈਂਟਲੀ ਡਿਪਰੈਸਡ ਹੋ ਕੇ ਸੁਸਾਈਡ ਨਾ ਕਰਦੀ, ਠੀਕ ਹੈ। ਕੋਈ ਵੀ ਬੱਚਾ ਸਾਨੂੰ ਸੜਕ 'ਤੇ ਭੀਖ ਮੰਗਦਾ ਹੋਇਆ ਦਿਖਾਈ ਨਾ ਦਿੰਦਾ। ਜੋ 15 ਸਾਲ ਦੇ ਬੱਚੇ ਨੇ ਕੋਈ ਵੀ ਫੈਕਟਰੀ 'ਚ ਕੰਮ ਕਰਦੇ ਹੋਏ ਨਾ ਨਜ਼ਰ ਆਉਂਦੇ ਆਪਾਂ ਨੂੰ, ਜੇਕਰ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਰਹੇ ਨੇ। ਅਸੀਂ NGOs ਦੀ ਗੱਲ ਕਰ ਰਹੇ ਹਾਂ, ਉੱਥੇ ਇਹਨਾਂ ਵਿੱਚ ਬੱਚਿਆਂ ਲਈ ਗਵਰਨਮੈਂਟ ਡਿਪਾਰਟਮੈਂਟਸ ਵੀ ਬਣੇ ਹੋਏ ਨੇ। ਅਸੀਂ ਪਿਛਲੇ 1 ਸਾਲ ਤੋਂ ਦੇਖੇ ਕਾਫੀ ਡਿਪਾਰਟਮੈਂਟਸ ਤੋਂ ਗਏ ਅਸੀਂ, CWC, DSSO, DCPO, ਇਹ ਸਾਰੇ 1 ਤੋਂ 18 ਸਾਲ ਦੇ ਬੱਚਿਆਂ ਲਈ ਬਣੇ ਨੇ, ਜੋ ਕਹਿ ਰਹੇ ਨੇ ਕਿ ਅਸੀਂ ਕੁੜੀਆਂ ਦੀ, ਬੱਚਿਆਂ ਲਈ, ਖਾਸ ਕਰ ਬੱਚਿਆਂ ਦੀ ਰਾਖੀ ਲਈ ਕੰਮ ਕਰ ਰਹੇ ਹਾਂ। ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੈਕਸ਼ੂਅਲ ਹਰਾਸਮੈਂਟ ਜਾਂ ਮੈਂਟਲੀ ਹਰਾਸਮੈਂਟ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਕੰਪਲੇਨ ਕਰਨ, ਆਪਾਂ ਉਹਨਾਂ ਨੂੰ ਰੱਖਿਆ ਕਰਾਂਗੇ, ਉਹਨਾਂ ਨੂੰ ਫ੍ਰੀ ਆਫ ਕੋਸਟ ਐਜੂਕੇਸ਼ਨ ਦੇਵਾਂਗੇ। ਬਟ ਸਰ ਕਿੱਥੇ ਹੈ ਐਸਾ? ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ, ਬੱਚਿਆਂ ਨੂੰ ਪਤਾ ਹੀ ਨਹੀਂ। ਜੇ ਉਹਨਾਂ ਦਾ ਸ਼ੋਸ਼ਣ ਹੋ ਵੀ ਰਿਹਾ ਵਾ ਸਕੂਲ 'ਚ, ਸੁਸਾਇਟੀ ਦੇ ਕਿਸੇ ਵੀ ਥਾਂ 'ਤੇ ਡਰ ਦੇ ਕਾਰਨ ਉਹ ਬੱਚੀ ਦੱਸਦੀ ਹੀ ਨਹੀਂ ਹੈ। ਅਗਰ ਉਹ ਬੱਚੀ ਦੱਸ ਦੂਗੇ ਤਾਂ ਹੱਦ ਤੋਂ ਹੱਦ ਕੀ ਹੋਊਗਾ, ਉਹਦੀ ਸਟੱਡੀ ਡਰੋਪ ਆਊਟ ਕਰਵਾ ਦੂਗੇ। 15-16 ਸਾਲ ਦੀ ਏਜ ਵਿੱਚ ਉਹਦੀ ਮੈਰਿਜ ਕਿਤੇ 30 ਸਾਲ ਦੇ ਜਾਂ 25 ਸਾਲ ਦੇ ਮੁੰਡੇ ਨਾਲ ਕਰਾ ਦੂਗੇ, ਜੋ ਅੱਗੇ ਚੱਲ ਕੇ ਇਸ਼ੂ ਬਣ ਜਾਂਦਾ, ਡੋਮੈਸਟਿਕ ਵਾਇਲੈਂਸ ਦਾ, ਡਾਈਵੋਰਸ ਦਾ ਇਸ਼ੂ ਬਣ ਜਾਂਦਾ ਵਾ ਅੱਗੇ ਚੱਲ ਕੇ, ਜਦੋਂ ਕੁੜੀ ਮੈਚਿਓਰ ਹੁੰਦੀ ਹੈ, ਬੱਚੀ ਮੈਚਿਓਰ ਹੁੰਦੀ ਹੈ। ਅਤੇ ਸਰ ਕਿੱਥੇ ਹੈ ਇਹ ਚੀਜ਼ਾਂ? ਇੱਕ ਵਾਰੀ ਸਿਸਟਮੈਟਿਕ ਕੰਮ ਤਾਂ ਕੀਤਾ ਜਾਵੇ ਤਾਂ ਕਿ ਉਹਨਾਂ ਬੱਚਿਆਂ ਨੂੰ ਅਸੀਂ ਬਚਾ ਸਕੀਏ, ਜਿਹੜਾ ਐਜੂਕੇਸ਼ਨ ਹੈ ਉਹ ਆਪਾਂ ਉੱਤੇ ਲੈ ਕੇ ਜਾ ਸਕੀਏ। ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਅਮਿਤ ਤੁਸੀਂ ਕੇਸ ਦੇਖੇ ਹੋਣੇ ਕਿ ਮੁੰਡਿਆਂ ਦੇ ਨਾਲ ਵੀ ਇਹ ਸਭ ਕੁਝ ਹੁੰਦਾ ਆ ਰਿਹਾ, ਉਹਦੇ ਬਾਰੇ ਕੋਈ ਨੌਲੇਜ ਹੈਗੀ ਤੁਹਾਨੂੰ ਕਿ ਨਹੀਂ? ਬਿਲਕੁਲ ਸਰ, ਐਸੇ ਵੀ ਸਾਡੀ ਸੁਸਾਇਟੀ ਤੋਂ ਕੁਝ ਕੇਸ ਆਏ ਸੀਗੇ ਮੁੰਡਿਆਂ ਦੇ, ਅਤੇ ਜਿੱਥੇ ਆਪਾਂ ਮਤਲਬ ਕਾਰਵਾਈ ਕਰਨ ਗਏ, ਮਤਲਬ ਉਹਨਾਂ ਦੀ ਕੇਸ ਕੰਪਲੇਨ ਲੈ ਕੇ ਗਏ, ਅਤੇ ਉੱਥੇ ਸਾਨੂੰ ਦੇਖਣ ਨੂੰ ਇਹ ਚੀਜ਼ ਮਿਲੀ ਜੋ ਅਸੀਂ ਮਹਿਸੂਸ ਕੀਤੀ ਸਾਡੇ ਨਾਲ ਖੁਦ। ਜਦੋਂ ਅਸੀਂ ਕੰਪਲੇਨ ਲਿਖਵਾਉਣ ਗਏ ਅਤੇ ਉਹ ਇਹ ਕਹਿੰਦੇ ਕਿ ਇਹ ਤੁਹਾਡਾ ਜਿਹੜਾ ਮਾਮਲਾ ਹੈ, ਇਹ ਪਹਿਲਾਂ ਤੁਸੀਂ DC ਦਫ਼ਤਰ ਤੋਂ ਸਾਈਨ ਕਰਾ ਕੇ ਲੈ ਕੇ ਆਓ, ਫਿਰ ਅਸੀਂ ਕੰਪਲੇਨ ਰਜਿਸਟਰ ਕਰਾਂਗੇ। ਹੁਣ ਤੁਸੀਂ ਇਹ ਦੱਸੋ, ਅਸੀਂ DC ਦਫ਼ਤਰ ਗਏ, ਅਸੀਂ DC ਦਫ਼ਤਰ ਵੀ ਗਏ, ਕਾਫੀ ਟਾਈਮ ਲੱਗਾ, 4 ਘੰਟੇ ਅਸੀਂ ਬਾਹਰ ਬੈਠੇ ਰਹੇ, ਫਿਰ DC ਦਫ਼ਤਰ ਤੋਂ ਵਾਪਸ ਆਏ, ਲੇਕਿਨ ਉਹ ਕੇਸ ਦਾ ਹੱਲ ਨਹੀਂ ਹੋਇਆ। ਫਿਰ ਥੱਕ ਹਾਰ ਕੇ ਅਸੀਂ ਉਹ ਜਿਹਦਾ ਕੇਸ ਸੀਗਾ, ਸ਼ੋਸ਼ਣ ਜਿਹਦਾ ਹੋ ਰਿਹਾ ਸੀ, ਅਸੀਂ ਉਹਦੇ ਆਪੋਜ਼ਿਟ ਪਾਰਟੀ ਨਾਲ ਮਿਲੇ, ਬਹਿ ਕੇ ਉਹਨਾਂ ਨੂੰ ਚੀਜ਼ਾਂ ਸਮਝਾਈਆਂ ਕਿ ਸਰ ਇਹਦੇ 'ਤੇ ਫਿਰ ਅਸੀਂ ਲੀਗਲੀ ਐਕਸ਼ਨ ਲਵਾਂਗੇ। ਅਤੇ ਉਹ ਚੀਜ਼ਾਂ ਫਿਰ ਅਸੀਂ ਪਰਸਨਲ ਸੀਗੇ ਉਹ ਸਮਝਦੇ ਹੋ ਕੁੜੀਆਂ ਦੇ ਨਾਲ ਨਾਲ ਮੁੰਡਿਆਂ ਦੇ ਨਾਲ ਵੀ ਸ਼ੋਸ਼ਣ ਹੁੰਦੇ ਆ? ਬਿਲਕੁਲ ਸਰ, ਬਿਲਕੁਲ ਬੱਚਾ ਜਿਹੜੇ ਮੁੰਡੇ ਨੇ ਉਹਨਾਂ ਨਾਲ ਵੀ ਹੁੰਦੇ ਨੇ, ਲੇਕਿਨ ਉਹਨਾਂ ਲਈ ਆਪਾਂ ਸੀਰੀਅਸ ਨਹੀਂ ਲੈਂਦੇ ਉਹਨਾਂ ਲਈ ਵੀ ਸੇਮ ਕਾਨੂੰਨ ਨੇ, ਉਹਨਾਂ ਲਈ ਵੀ ਹੈਗੇ ਨੇ। ਪਰ ਇਹ ਚੀਜ਼ਾਂ ਜੋ ਹੈ, ਇਹ ਚੀਜ਼ਾਂ ਲਈ ਕੋਈ ਡੀਲੇ ਸਿਸਟਮ ਬਹੁਤ ਹੈ ਸਰ। ਅਗਰ ਆਪਾਂ ਕੰਪਲੇਨ ਲਿਖਵਾਉਣ ਜਾ ਰਹੇ ਹਾਂ, ਮਹੀਨਾ ਸਾਨੂੰ ਕੰਪਲੇਨ 'ਚ ਹੀ ਰਜਿਸਟਰ ਹੋਣ ਨੂੰ ਲੱਗ ਜਾਊਗੀ। ਕਈ ਵਾਰ ਤਾਂ ਸਰ FIR ਤੱਕ ਰਜਿਸਟਰ ਨਹੀਂ ਹੁੰਦੀ ਇਹਨਾਂ ਚੀਜ਼ਾਂ 'ਤੇ। ਜਿਹੜੇ ਡਿਪਾਰਟਮੈਂਟ ਬਣੇ ਨੇ ਬੱਚਿਆਂ ਲਈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ 3-4, ਅਤੇ ਉਹ ਡਿਪਾਰਟਮੈਂਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸਰ। ਜਿਹੜੀ ਚੀਜ਼ ਐਜੂਕੇਸ਼ਨ 'ਚ ਚਾਹੀਦੀ ਹੈ ਕਿ ਆਹ ਡਿਪਾਰਟਮੈਂਟ ਬੱਚਿਆਂ ਲਈ ਬਣੇ ਹੋਏ ਨੇ, ਇੱਥੇ ਬੱਚਾ ਜਾ ਕੇ ਹੈਲਪ ਮੰਗੇ, ਅਤੇ ਉਹ ਚੀਜ਼ਾਂ ਬੁੱਕ 'ਚ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਤਾਂ ਉਹ ਚੀਜ਼ਾਂ ਪੜ੍ਹਾਈਆਂ ਨਹੀਂ ਜਾਂਦੀਆਂ ਹੈ ਨਾ? ਬਿਲਕੁਲ ਵੀ ਨਹੀਂ ਪੜ੍ਹਾਈਆਂ ਜਾਂਦੀਆਂ, ਕਿਉਂਕਿ ਅਗਰ ਦੇਖਿਆ ਜਾਵੇ, ਅਗਰ ਪੜ੍ਹਾਈਆਂ ਜਾਣਗੀਆਂ ਤਾਂ ਫਿਰ ਬੱਚਾ ਅਵੇਅਰ ਹੋਊਗਾ, ਬੱਚਾ ਕਰਪਸ਼ਨ ਦੇ ਖਿਲਾਫ ਲੜੂਗਾ, ਅਤੇ ਉਹ ਤਾਂ ਕਰਕੇ ਪੜ੍ਹਾਈਆਂ ਨਹੀਂ ਜਾਂਦੀਆਂ। ਸਰਕਾਰਾਂ ਦਾ ਘਾਟਾ ਹੋਊਗਾ। ਬਿਲਕੁਲ ਸਰ, ਅਸੀਂ ਇਹ ਵਿਰੋਧ ਨਹੀਂ ਕਰਦੇ, ਪਰ ਸਰ ਸੁਜੈਸ਼ਨ ਦੇਣਾ ਚਾਹਾਂਗੇ, ਜਿੱਦਾਂ ਹਾਲ 'ਚ ਸਾਡੇ ਓਨੇਬਲ CM ਜੀ ਨੇ ਇਹ ਕਿਹਾ ਕਿ ਅਸੀਂ ਆਪਣੇ ਟੀਚਰਸ ਨੂੰ ਫਿਨਲੈਂਡ ਭੇਜਾਂਗੇ, ਆਇਰਲੈਂਡ ਭੇਜਾਂਗੇ, ਜਿੱਥੇ ਉਹ ਐਜੂਕੇਸ਼ਨ ਮਤਲਬ ਸਿੱਖ ਕੇ ਆਉਣਗੀਆਂ ਅਤੇ ਦੇਸ਼ ਵਿੱਚ। ਸਰ ਮੈਂ ਉਹਨਾਂ ਨੂੰ ਇੱਕ ਵਾਰੀ ਇਹ ਕਹਿਣਾ ਚਾਹੂੰਗਾ, ਰਿਕੁਐਸਟ ਹੀ ਹੈ ਸਾਡੀ ਸੁਸਾਇਟੀ ਵੱਲੋਂ, ਕਿ ਦੂਸਰੇ ਦੇਸ਼ 'ਤੇ ਭੇਜਣ ਦੀ ਬਜਾਏ ਇੱਕ ਵਾਰੀ ਉਹ ਬੱਚਿਆਂ ਵਿੱਚ ਵਿਚਰ ਕੇ ਦੇਖਣ, ਉਹਨਾਂ ਨੂੰ ਪਤਾ ਚੱਲ ਜੂਗਾ ਕਿ ਕੀ ਦਿੱਕਤ ਸੀ ਨੇ। ਅਸੀਂ ਖੁਦ ਇੱਕ ਪ੍ਰੋਜੈਕਟ ਰੈਡੀ ਕਰਕੇ ਗਵਰਨਮੈਂਟ ਦੇ ਸਾਹਮਣੇ ਪਿਛਲੇ 1 ਸਾਲ ਤੋਂ ਰਿਕੁਐਸਟ ਕਰ ਰਹੇ ਹਾਂ, ਸਰ ਇੱਕ ਵਾਰੀ ਸੁਣਿਆ ਜਾਵੇ ਸਾਡਾ ਪ੍ਰੋਜੈਕਟ। ਅਸੀਂ ਬਹੁਤ ਸਾਰੇ ਬੱਚਿਆਂ ਨੂੰ ਬਚਾ ਸਕਦੇ ਹਾਂ, ਬਹੁਤ ਸਾਰੇ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾ ਸਕਦੇ ਹਾਂ, ਕਿਉਂਕਿ ਹਰ ਇੱਕ NGO ਖੜੀ ਹੋ ਜਾਂਦੀ ਹੈ, ਉਹ ਕਹਿੰਦੀ ਜੀ ਅਸੀਂ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਰਹੇ ਹਾਂ, ਡਿਪਾਰਟਮੈਂਟ ਬਣੇ ਹੋਏ ਹੈ, ਸਕੋਲਰਸ਼ਿਪ ਆ ਰਹੀ ਹੈ, ਅਤੇ ਉਹ ਅਸੀਂ ਇੱਕ ਸਿਸਟਮੈਟਿਕ ਤਰੀਕੇ ਨਾਲ ਹਰ ਇੱਕ ਬੱਚੇ ਤੱਕ ਪਹੁੰਚਾਵਾਂਗੇ। ਮਤਲਬ ਬਾਹਰ ਭੇਜਣ ਦੀ ਬਜਾਏ ਆਪਦੇ ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਹੀ ਵਿਚਰੋ, ਤਾਂ ਤੁਹਾਨੂੰ ਇੱਥੋਂ ਹੀ ਸਭ ਕੁਝ ਮਿਲ ਜੂਗਾ। ਬਿਲਕੁਲ ਸਰ, ਅਗਰ ਉਹ ਬੱਚਿਆਂ ਵਿੱਚ ਵਿਚਰਨਗੇ, ਉਹਨਾਂ ਨੂੰ ਪਤਾ ਚੱਲੂਗਾ ਕਿ ਇੱਕ ਐਕਚੁਅਲ ਬੱਚੇ ਨੂੰ ਕੀ ਦਿੱਕਤ ਆਉਂਦੀ ਹੈ। ਜਿੱਦਾਂ ਸਾਰੇ ਇਹ ਕਹਿੰਦੇ ਨੇ ਸਮੱਸਿਆਵਾਂ ਦਾ ਸਮਾਧਾਨ ਸਮੱਸਿਆ 'ਚ ਹੀ ਹੁੰਦਾ ਸਰ। ਸਾਰੇ ਕੀ ਕਹਿੰਦੇ ਨੇ ਕਿ ਗਵਰਨਮੈਂਟ ਸਕੂਲ ਬਿਲਕੁਲ ਬੇਕਾਰ ਨੇ, ਉੱਥੇ ਸਟੱਡੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ ਸਰ? ਕਾਰਨ ਕੀ ਨੇ? ਇਹ ਕਿਸੇ ਨੇ ਦੱਸਿਆ ਸਾਨੂੰ ਕਾਰਨ। ਉਹ ਕਹਿੰਦੇ ਨੇ ਕਿ ਟੀਚਰਸ ਨਹੀਂ ਹਮੇਸ਼ਾ ਉੱਥੇ ਅਵੇਲੇਬਲ ਹੁੰਦੀਆਂ, ਠੀਕ ਹੈ, ਸਿਕਿਉਰਿਟੀ ਨਹੀਂ ਹੈਗੀ ਬੱਚਿਆਂ ਦੀ। ਅਤੇ ਸਰ ਜਿਹੜਾ ਪੈਸਾ ਆਪਾਂ ਖਰਚ ਕਰ ਰਹੇ ਹਾਂ, ਕੀ ਆਪਾਂ ਹਰ ਇੱਕ ਸਕੂਲ ਵਿੱਚ ਕੈਮਰੇ ਨਹੀਂ ਲਵਾ ਸਕਦੇ, ਹਰ ਇੱਕ ਕਲਾਸ ਵਿੱਚ?
ਜਿਹੜੀ NGO ਇਹ ਕਹਿ ਰਹੀ ਹੈ ਨਾ ਅਸੀਂ ਫ੍ਰੀ ਆਫ ਕੋਸਟ ਐਜੂਕੇਸ਼ਨ ਦੇ ਰਹੇ ਹਾਂ, ਇੱਕ ਬੱਚੇ ਦੀ ਸਟੱਡੀ ਦਾ ਖਰਚਾ 30,000 ਤੱਕ ਹੁੰਦਾ ਵਾ, ਉਹ 30,000 ਵਿੱਚ ਇੱਕ ਗਵਰਨਮੈਂਟ ਸਕੂਲ 'ਚ ਕੈਮਰੇ ਲੱਗ ਸਕਦੇ ਨੇ ਸਰ ਹਰ ਇੱਕ ਕਲਾਸ ਵਿੱਚ, ਜਿੱਥੇ ਸਾਨੂੰ ਇਹ ਦੇਖਣ ਨੂੰ ਮਿਲ ਸਕਦਾ ਵਾ ਕਿ ਕਿਹੜੀ ਟੀਚਰ ਸਹੀ ਤਰੀਕੇ ਨਾਲ ਪੜ੍ਹਾ ਰਹੀ ਆ ਜਾਂ ਕਿਹੜੀ ਟੀਚਰ ਬਾਹਰ ਆ, ਕਿਹੜਾ ਬੱਚਾ ਸਹੀ ਤਰੀਕੇ ਨਾਲ ਪੜ੍ਹ ਰਿਹਾ ਵਾ, ਕਿਹੜੀ ਬੱਚੀ ਨਾਲ ਉੱਥੇ ਗਲਤ ਕੰਮ ਹੋ ਰਿਹਾ, ਸਾਰਾ ਕੁਝ ਰਿਕਾਰਡ ਕਰਕੇ ਦੇਖਿਆ ਜਾ ਸਕਦਾ ਵਾ, ਕਿਤੇ ਤੁਰੰਤ ਐਕਸ਼ਨ ਚੱਕਿਆ ਜਾ ਸਕਦਾ ਵਾ ਅਗਰ ਡਿਲੇ ਸਿਸਟਮ ਨਾ ਕੀਤਾ ਜਾਵੇ ਤਾਂ। ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਡਿਲੇ ਸਿਸਟਮ ਤਾਂ ਹੈ ਹਰ ਇੱਕ ਮੈਟਰ ਦੇ ਵਿੱਚ ਆ, ਹਰ ਇੱਕ ਸਿਸਟਮ ਦੇ ਵਿੱਚ ਆ। ਐਜੂਕੇਸ਼ਨ ਸਿਸਟਮ ਲਾ ਲਈਏ ਜਾਂ ਕਿਤੇ ਵੀ ਲਾ ਲਈਏ, ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲ ਜਾਂ ਹੁਣ ਤੱਕ ਰੇਪ ਕੇਸ ਵੀ ਵਾਹਵਾ ਹੋ ਰਹੇ ਨੇ। ਜਦੋਂ ਦੀ ਨਵੀਂ ਸਰਕਾਰ ਬਣੀ ਆ ਕ੍ਰਾਈਮ ਵੀ ਵਧਿਆ, ਕਿਤੇ ਨਾ ਕਿਤੇ ਸਜ਼ਾ ਦੇਣ 'ਚ ਵੀ ਡਿਲੇ ਹੁੰਦੀ ਆ। ਬਿਲਕੁਲ ਸਰ, ਸਜ਼ਾ ਦੇਣ 'ਚ ਵੀ ਬਹੁਤ ਹੀ ਜ਼ਿਆਦਾ ਡਿਲੇ ਹੁੰਦੀ ਹੈ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਟ ਕਰਦਾ ਐਜੂਕੇਸ਼ਨ ਸਿਸਟਮ ਤੋਂ ਅੱਡ, ਹਾਲਾਂਕਿ ਆਪਣੀ ਐਜੂਕੇਸ਼ਨ ਤੇ ਚੱਲ ਰਹੀ ਹੈ ਗੱਲ। ਜਿਵੇਂ ਕਿ ਨਾ ਰੇਪ ਕੇਸ ਤੁਸੀਂ ਦੇਖਿਆ ਹੋਣਾ ਵਾਹਵਾ ਵੱਧ ਰਹੇ ਨੇ ਆਪਣੇ ਪੰਜਾਬ ਦੇ ਵਿੱਚ, ਤਾਂ ਪਿਛਲੇ ਸਾਲ ਬਹੁਤ ਸੁਣਨ ਨੂੰ ਮਿਲੇ ਨੇ, ਦੇਖਣ ਨੂੰ ਮਿਲੇ ਨੇ। ਸੋ ਕਿਤੇ ਨਾ ਕਿਤੇ ਉਹਨਾਂ ਦੀ ਸਜ਼ਾ ਨੂੰ ਲੈ ਕੇ ਕੋਰਟ ਕਚਹਿਰੀਆਂ ਦੇ ਵਿੱਚ ਧੱਕੇ ਹੀ ਹੁੰਦੇ ਨੇ, ਪਰਿਵਾਰਾਂ ਦੇ, ਅਫਸਰਾਂ ਦੇ ਦਫ਼ਤਰ ਜਾਂਦੇ ਨੇ, ਉੱਥੇ ਇਨਸਾਫ ਨਹੀਂ ਮਿਲਦਾ। ਹੱਥਾਂ ਕਰਕੇ ਜਿਹੜੇ ਮਾਂ-ਬਾਪ ਹੁੰਦੇ ਨੇ ਬੱਚੀ ਦੇ, ਉਹ ਵੀ ਮਜਬੂਰ ਹੋ ਜਾਂਦੇ ਨੇ ਸੁਸਾਈਡ ਕਰਨ ਦੇ ਉੱਤੇ ਵੀ, ਬਈ ਸਾਡੀ ਬੱਚੀ ਨੂੰ ਇਨਸਾਫ ਤੱਕ ਤਾਂ ਮਿਲਿਆ ਨਹੀਂ ਹੈਗਾ। ਤੇ ਕੀ ਸਜ਼ਾ ਤੁਹਾਨੂੰ ਲੱਗਦੀ ਆ ਹੋਣੀ ਚਾਹੀਦੀ ਆ? ਮੈਂ ਬਸ ਇੱਕੋ ਹੀ ਕੁਐਸਚਨ ਕਰੂੰਗਾ, ਸਜ਼ਾ ਦਾ ਮੈਨੂੰ ਦੱਸੋ ਕੀ ਸਜ਼ਾ ਹੋਣੀ ਚਾਹੀਦੀ ਇਹਦੇ 'ਚ? ਸਾਡੇ ਹਿਸਾਬ ਨਾਲ, ਜਿਹੜੀ ਸਾਡੀ ਸੁਸਾਇਟੀ ਦੇ ਹਿਸਾਬ ਨਾਲ, ਇੱਕ ਪੂਰੀ ਟੀਮ ਦੇ, ਇਹ ਸਜ਼ਾ ਜਿਹੜੀ ਹੈ ਡੈਥ ਆਫ ਪੈਨਲਟੀ ਹੋਣੀ ਚਾਹੀਦੀ ਹੈ, ਜਿਹੜੀ ਕਿ ਮੰਗ ਆਂਦੀ ਜਾ ਰਹੀ ਹੈ। ਮਤਲਬ ਹਰ ਕੋਈ ਡੈਥ ਆਫ ਪੈਨਲਟੀ ਮੰਗ ਕਰ ਰਿਹਾ। ਕਾਰਨ ਮੈਂ ਤੁਹਾਨੂੰ ਦੱਸਣ ਲੱਗਾ, ਜਿਸ ਸਮੇਂ ਕਿਸੇ 15 ਸਾਲ ਦੀ ਕੁੜੀ ਨਾਲ ਰੇਪ ਹੋ ਰਿਹਾ ਹੁੰਦਾ ਸਰ, ਕੀ ਉਹਦੇ ਹਿਊਮਨ ਰਾਈਟ ਨਹੀਂ ਹੁੰਦੇ? ਕਿ ਉਹਦੇ ਹਿਊਮਨ ਰਾਈਟ ਨਹੀਂ ਹੁੰਦੇ? ਤੇ ਜਦੋਂ ਉਹਦੇ ਨਾਲ ਰੇਪ ਹੋ ਚੁੱਕਾ ਫਿਰ ਉਸ ਤੋਂ ਬਾਅਦ ਜਿਹੜਾ ਐਕਿਊਜ਼ਡ ਹੈ, ਤੁਸੀਂ ਉਹਦੇ ਹਿਊਮਨ ਰਾਈਟ ਪ੍ਰੋਟੈਕਟ ਕਰ ਰਹੇ ਹੋ ਕਿ ਇਹਦੇ ਹੁਣ ਮਾਨਵ ਅਧਿਕਾਰ ਦਾ ਉਲੰਘਣ ਨਾ ਹੋਵੇ, ਇਹਨੂੰ ਬਚਾਇਆ ਜਾ ਸਕੇ। ਤੇ ਉਹ ਬੱਚੀ ਦੇ ਕੀ ਹਿਊਮਨ ਰਾਈਟ ਨਹੀਂ ਸੀ? ਬਿਲਕੁਲ, ਅਸੀਂ ਵਕਾਲਤ ਵੀ ਜੇ ਦੇਖੀਏ ਉਹਦੀ ਅਕਿਊਜ਼ਡ ਨੂੰ ਬਚਾਉਣ ਦੇ ਲਈ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ। ਚਲੋ ਇੱਕ ਵੱਖਰੀ ਗੱਲ ਹੈ, ਪੇਸ਼ੇ ਦੀ ਗੱਲ ਆ ਆਪਣੀ ਆਪਣੀ, ਪਰ ਫਿਰ ਵੀ ਮਾੜੀ ਮੋਟੀ ਵੀ ਇਨਸਾਨ ਦੇ ਅੰਦਰ ਇੰਨੀ ਸੋਚ ਨਹੀਂ ਹੁੰਦੀ ਵੀ ਅਸੀਂ ਕਰ ਰਹੇ ਹਾਂ ਉਹਦੀ ਵਕਾਲਤ ਕਰ ਰਹੇ ਹਾਂ। ਗਲਤ ਉਹਨੇ ਕੀਤਾ ਵਾ, ਅਗਰ ਸਹੀ ਆ ਨਹੀਂ ਆ, ਕਿਤੇ ਨਾ ਕਿਤੇ ਗਲਤ ਤਾਂ ਹੈ ਹੀ ਆ। ਸਰ ਬਿਲਕੁਲ ਗਲਤ ਹੈ। ਅਗਰ ਆਪਾਂ ਦੇਖਿਆ ਜਾਵੇ, ਅੱਜ ਕੱਲ੍ਹ ਟੈਕਨੋਲੋਜੀ ਇੰਨੀ ਵਿਕਸਿਤ ਹੋ ਚੁੱਕੀ ਹੈ ਜਿਹਦੇ ਵਿੱਚ ਆਪਾਂ 4 ਘੰਟਿਆਂ ਤੋਂ ਕਮ ਸਮੇਂ ਵਿੱਚ ਇਹ ਪਤਾ ਕਰ ਸਕਦੇ ਹਾਂ ਕਿ ਬੱਚੀ ਨਾਲ ਗਲਤ ਕੰਮ ਹੋਇਆ ਜਾਂ ਨਹੀਂ ਹੋਇਆ। ਮੈਡੀਕਲਸ ਇਕਵਿਪਮੈਂਟਸ ਇੰਨੇ ਆ ਚੁੱਕੇ ਨੇ ਨਾ ਕਿ ਆਪਾਂ ਸਿਰਫ 10-15 ਮਿੰਟ 'ਚ ਹੀ ਪਤਾ ਲਗਾ ਸਕਦੇ ਹਾਂ ਕਿ ਬੱਚੀ ਨਾਲ ਰੇਪ ਹੋਇਆ ਕਿ ਨਹੀਂ। ਮੈਡੀਕਲ ਬੱਚੀ ਦੇ ਕਰਵਾਇਆ ਜਾਵੇ ਔਨ ਦੀ ਸਪੋਟ। ਅਗਰ ਬੱਚੀ ਗਲਤ ਹੈ ਤਾਂ ਬੱਚੀ ਵੀ ਉਨੀ ਹੀ ਸਜ਼ਾ ਦਾ ਹੱਕਦਾਰ ਹੈ ਜਿੰਨਾ ਉਹ ਮੁੰਡਾ ਹੈ, ਤੇ ਉਸੇ ਸਮੇਂ ਪਤਾ ਲੱਗ ਜੂਗਾ ਸਰ। ਸਾਨੂੰ 4 ਘੰਟਿਆਂ ਦੇ ਅੰਦਰ ਹੀ ਪਤਾ ਲੱਗ ਜੂਗਾ ਕਿ ਬੱਚੀ ਦਾ ਰੇਪ ਹੋਇਆ ਕਿ ਨਹੀਂ ਹੋਇਆ, ਤੇ ਉਹਨੂੰ ਸਜ਼ਾ ਦਿੱਤੀ ਜਾਵੇ। ਸਰ ਇੱਕ ਡਰਤਾ ਬਣਾਇਆ ਜਾਵੇ ਕਿ ਗਲਤ ਕੰਮ ਕਰਨ ਵਾਲੇ ਨੂੰ ਗਲਤ ਸਜ਼ਾ ਦਿੱਤੀ ਜਾਵੇ। ਆਪਾਂ ਹਮੇਸ਼ਾ ਆਪਣਾ ਅਮਰੀਕਾ ਨਾਲ ਕੰਪੈਰੀਜ਼ਨ ਕਰਦੇ ਹਾਂ, ਦੁਬਈ ਨਾਲ ਕਰਦੇ ਹਾਂ। ਦੁਬਈ ਦੇ ਲੋਅ ਤਾਂ ਦੇਖੋ ਸਰ ਕਿੰਨੇ ਸਖਤ ਨੇ। ਉੱਥੇ ਕੋਈ ਐਕਸੀਡੈਂਟ ਵੀ ਕਰ ਦੇਵੇ ਤਾਂ ਉਹਨੂੰ 6 ਮਹੀਨੇ ਦੀ ਜੇਲ੍ਹ ਮਿੰਟੋ ਮਿੰਟ ਹੋ ਜਾਂਦੀ ਹੈ। ਕੋਈ ਰੇਪ ਕਰ ਦੇਵੇ ਤਾਂ ਉਹਦਾ ਸਿਰ ਕਤਲ ਕਰ ਦਿੱਤਾ ਜਾਂਦਾ ਹੈ। ਸਰ ਖੌਫ ਹੈ, ਡਰ ਬਣਾਇਆ ਤਾਂ ਜਾ ਕੇ ਉਹ ਦੇਸ਼ ਸਿਕਿਉਰ ਹੈ, ਅੱਗੇ ਵੱਧ ਰਿਹਾ। ਤੇ ਆਪਣੇ ਇੰਡੀਆ 'ਚ ਦੇਖੋ ਸਰ, ਹਰ ਦਿਨ ਅਗਰ ਇਹਦਾ ਵੀ ਤੁਸੀਂ ਆંકੜਾ ਚੈੱਕ ਕਰੋਗੇ, 475 ਬੱਚੇ ਤੋਂ ਜ਼ਿਆਦਾ, ਬੱਚੀਆਂ ਜ਼ਿਆਦਾ ਰੇਪ ਹੁੰਦੀਆਂ। ਹਰ 1 ਘੰਟੇ ਵਿੱਚ 2 ਰੇਪ ਕੇਸ ਆਉਂਦੇ ਨੇ, ਹਰ 4 ਮਿੰਟ ਵਿੱਚ 1 ਰੇਪ ਕੇਸ ਆ ਰਿਹਾ। ਇਹ ਅਲੱਗ-ਅਲੱਗ ਡਾਟਾ ਨੇ ਸਰ ਜਿਹੜੇ ਅਸੀਂ ਸਟੱਡੀ ਕੀਤੇ ਨੇ। ਹਰ ਇੱਕ ਡਾਟਾ ਅਲੱਗ-ਅਲੱਗ ਗੱਲ ਕਹਿੰਦਾ ਹੈ। ਇਹ ਸਿਰਫ ਉਹ ਡਾਟਾ ਨੇ ਜੋ ਰਿਕਾਰਡ ਹੋ ਚੁੱਕੇ ਨੇ, ਲੇਕਿਨ ਜਿਹੜਾ ਡਾਟਾ ਰਿਕਾਰਡ ਹੀ ਨਹੀਂ ਹੋਇਆ ਉਹ ਕਿੱਥੇ ਹੈ ਸਰ? ਇਹ ਚੀਜ਼ਾਂ ਦੇਖੀਆਂ ਜਾਣ। ਅੱਛਾ, ਅਸੀਂ ਆਪਣੇ ਟੌਪਿਕ ਤੇ ਦੁਬਾਰਾ ਵਾਪਸ ਆਉਂਦੇ ਹਾਂ। ਐਜੂਕੇਸ਼ਨ ਸਿਸਟਮ ਦੀ ਗੱਲ ਚੱਲਦੀ ਸੀ ਪੰਜਾਬ ਦੇ। ਨਵੀਂ ਸਰਕਾਰ ਬਣੀ ਆ ਅਮਿਤ, ਕੀ ਲੱਗਦਾ ਵਾ ਕਿ ਹੁਣ ਕਿੱਥੇ ਸਟੈਂਡ ਕਰੂਗਾ? ਕਿਉਂਕਿ ਪਿਛਲੀਆਂ ਸਰਕਾਰਾਂ ਨੇ, ਕਿਉਂਕਿ ਜਿਹੜੀ ਨਵੀਂ ਸਰਕਾਰ ਹੈ, ਮੁੱਖ ਮੰਤਰੀ CM ਵੀ ਇਹੀ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਸੁਧਾਰ ਕਰਨ 'ਚ ਟਾਈਮ ਲੱਗੂਗਾ ਸਾਨੂੰ, ਬਈ ਸਾਰਾ ਇੱਧਰ ਉੱਧਰ ਹੋਇਆ ਸੀ ਸਿਸਟਮ, ਆਪਾਂ ਸੁਧਾਰ ਕਰ ਰਹੇ ਹਾਂ, ਹੌਲੀ ਹੌਲੀ ਹੋਊਗਾ, ਸਾਨੂੰ ਸਮਾਂ ਦਿੱਤਾ ਜਾਵੇ। ਸੋ ਕੀ ਲੱਗਦਾ ਹੁਣ ਕਿੱਥੇ ਕਿ ਸਟੈਂਡ ਕਰੂਗਾ? ਕੀ ਸੁਝਾਅ ਦੇਣਾ ਚਾਹੋਗੇ? ਸਰ ਅਸੀਂ ਵੀ ਜਿਹੜੇ ਸਾਡੇ ਓਨੇਬਲ CM ਨੇ ਉਹਨਾਂ ਨੂੰ ਇਹੀ ਸੁਝਾਅ ਦੇਣ ਕਿ ਉਹ ਆਪਣਾ ਟਾਈਮ ਲੈਣ। ਪਰ ਇੱਕ ਵਾਰੀ ਜਿਹੜੇ ਸਟੂਡੈਂਟਸ ਨੇ, ਸਾਡੇ ਵਰਗੇ ਸਟੂਡੈਂਟ ਜੋ ਸਾਲ ਤੋਂ ਮਿਹਨਤ ਕਰ ਰਹੇ ਨੇ ਇਹ ਚੀਜ਼ਾਂ ਨੂੰ ਖ਼ਤਮ ਕਰਨ ਨੂੰ, ਬੱਚਿਆਂ ਦੀ ਸਿਕਿਉਰਿਟੀ ਲਈ, ਐਜੂਕੇਸ਼ਨ ਉੱਤੇ, ਉਹਨਾਂ ਨੂੰ ਵੀ ਕੰਟੈਕਟ ਕੀਤਾ ਜਾਵੇ ਇੱਕ ਵਾਰੀ। ਜਿਹੜੇ ਲੈਟਰਸ ਲਿਖ ਰਹੇ ਨੇ, ਆਨਲਾਈਨ ਮੇਲ ਕਰ ਰਹੇ ਨੇ, ਸੁਜੈਸ਼ਨ ਦੇ ਰਹੇ ਨੇ ਕਿ ਐਜੂਕੇਸ਼ਨ ਸਿਸਟਮ 'ਚ ਆਹ ਕਮੀਆਂ ਨੇ, ਆਹ ਚੀਜ਼ਾਂ ਨੂੰ ਬਦਲੋ ਤਾਂ ਕਿ ਕੋਈ ਵੀ ਬੱਚਾ ਸੁਸਾਈਡ ਨਾ ਕਰੇ ਸਟੱਡੀ ਲਈ। ਤੇ ਇੱਕ ਵਾਰੀ ਬਾਹਰਲੇ ਦੇਸ਼ ਜਾਣ ਤੋਂ ਬਜਾਏ ਇੱਕ ਵਾਰੀ ਸਟੂਡੈਂਟਸ ਵਿੱਚ ਆਪ ਵਿਚਰ ਕੇ ਦੇਖਣ, ਕਾਲਜ ਸਟੂਡੈਂਟਸ ਤੇ ਜਾਣ,
ਬੱਚਿਆਂ ਦੇ ਸਕੂਲਾਂ 'ਚ ਜਾਣ, ਬੱਚਿਆਂ ਨਾਲ ਗੱਲਬਾਤ ਕਰਨ ਬਿਨਾਂ ਕਿਸੇ ਡਰ ਦੇ ਨਾਲ, ਉਹਨਾਂ ਵਿੱਚ ਬਹਿਣ 10-15 ਮਿੰਟ, ਉਹਨਾਂ ਨੂੰ ਕਈ ਚੀਜ਼ਾਂ ਮਿਲ ਜਾਣਗੀਆਂ ਸਰ ਜਿਹੜੀ ਕਿ ਉਹ ਸੁਧਾਰ ਕਰ ਸਕਦੇ ਨੇ। ਬਾਹਰ ਵੀ ਤਾਂ ਉਹ ਆਪਣਾ ਪੈਸਾ ਖਰਚ ਕਰਕੇ ਜਾਣਗੇ, ਗਵਰਨਮੈਂਟ ਦਾ ਬਜਟ, ਉਹੀ ਬਜਟ ਅਗਰ ਇੰਡੀਆ ਦੇ ਬੱਚਿਆਂ ਵਿੱਚ ਵਿਚਰ ਕੇ ਕੀਤਾ ਜਾਵੇ ਸਰ, ਕਿੰਨਾ ਵਧੀਆ ਗੱਲ। ਸਾਲ ਤੋਂ ਜੇ ਮੈਂ ਗੱਲ ਕਰਾਂ ਕਿ ਇਸੇ ਸਿਸਟਮ ਦੇ ਰਿਲੇਟਡ ਕਿੰਨੇ ਕੁ ਸੁਸਾਈਡ ਕੇਸ ਤੇ ਤੁਸੀਂ ਸਰਚ ਕੀਤੀ ਆ, ਕਿੰਨੇ ਕੁ ਕੇਸ ਸਾਹਮਣੇ ਆਏ ਨੇ 1 ਸਾਲ ਦੇ ਵਿੱਚ? ਇੱਕ ਸਾਲ 'ਚ ਸਰ 475, ਇਹ ਵੀ ਰਿਕਾਰਡਡ ਡਾਟਾ ਹੈ, 375 ਡੇਟਾ ਹੈ ਜਿਹੜਾ ਇੱਕ ਦਿਨ 'ਚ ਬੱਚੇ ਸੁਸਾਈਡ ਕਰਦੇ ਨੇ। ਇੱਕ ਦਿਨ 'ਚ 375 ਜੀ, ਇੱਕ ਦਿਨ 'ਚ 375। ਉਸ ਤੋਂ ਬਾਅਦ ਅਗਰ ਫਿਰ ਥੋੜ੍ਹੀ ਡੀਪਲੀ ਸਟੱਡੀ ਤੁਸੀਂ ਕਰੋਗੇ, ਫਿਰ ਉਹੀ ਚੀਜ਼ਾਂ ਨਿਕਲਣਗੀਆਂ ਕਿ 24 ਘੰਟੇ ਵਿੱਚ 12 ਬੱਚੇ ਸੁਸਾਈਡ ਕਰ ਰਹੇ ਨੇ, ਹਰ ਘੰਟੇ ਵਿੱਚ 5 ਬੱਚੇ ਸੁਸਾਈਡ ਕਰ ਰਹੇ ਨੇ। ਫਿਰ ਇਹ ਅਲੱਗ-ਅਲੱਗ ਡਾਟਾ ਜੋ ਆਪਣੇ ਹਿਸਾਬ ਨਾਲ, ਇੱਕ ਪ੍ਰੋਪਰ ਡਾਟਾ ਸਾਨੂੰ ਮਿਲਦਾ ਨਹੀਂ ਕਿਉਂਕਿ ਉਹ ਰਿਕਾਰਡ ਨਹੀਂ ਹੁੰਦਾ। ਅਗਰ ਪਿੰਡ ਦੇ ਵਿੱਚ ਕਿਸੇ ਬੱਚੀ ਨੇ ਸੁਸਾਈਡ ਕੀਤਾ, ਉਹ ਡੇਟਾ ਰਿਕਾਰਡ ਨਹੀਂ ਹੋ ਪਾਊਗਾ। ਅਤੇ ਇੱਦਾਂ ਹੀ ਇਹ ਸਿਰਫ ਰਿਕਾਰਡਡ ਡਾਟਾ ਹੈ। ਜਿੱਦਾਂ ਕਿ ਹੁਣ ਮੈਂ ਪਿੱਛੇ ਤੁਹਾਨੂੰ ਦੱਸਿਆ ਕਿ ਅਸੀਂ 5 ਕੇਸ ਪਾਏ ਸੀ ਲੁਧਿਆਣਾ ਵਿੱਚੋਂ ਹੀ। ਆਪਾਂ ਇੱਕ ਸ਼ਿਵਪੁਰੀ 'ਚੋਂ 8ਵੀਂ ਜਮਾਤ 'ਤੇ ਪੜ੍ਹਦੀ ਕੁੜੀ ਨੇ ਸੁਸਾਈਡ ਕੀਤਾ, ਜੋ ਕਿ ਸਿਰਫ 15 ਸਾਲ ਦੀ ਸੀ, ਜਿਹਦਾ ਕਹਿਣਾ ਇਹ ਸੀਗਾ ਕਿ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਕਮਜ਼ੋਰ ਹੈ ਅਤੇ ਮੈਂ ਪੜ੍ਹਨਾ ਚਾਹ ਰਹੀ ਹਾਂ, ਪਰ ਮੈਨੂੰ ਪੜ੍ਹਾ ਨਹੀਂ ਰਹੇ ਘਰ ਦੇ ਕਿਉਂਕਿ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ। ਅਤੇ ਉਹ ਬੱਚੀ ਨੂੰ ਸਪੋਰਟ ਕਰਨ ਕੋਈ NGO ਕਿਉਂ ਨਹੀਂ ਗਿਆ, ਕੋਈ ਡਿਪਾਰਟਮੈਂਟ ਕਿਉਂ ਨਹੀਂ ਗਿਆ। ਹਾਲਾਂਕਿ ਹੁਣ ਆਪਾਂ ਦੇਖੀਏ ਮਈ ਦੇ ਫਸਟ ਵੀਕ ਹੀ PAU ਯੂਨੀਵਰਸਿਟੀ ਵਿੱਚ ਇੱਕ BTech 'ਚ ਪੜ੍ਹਨ ਵਾਲੀ ਕੁੜੀ, ਰੇਨੂ ਪੱਲਾ ਨਾਮ ਦੀ ਕੁੜੀ ਨੇ ਵੀ ਸੁਸਾਈਡ ਕੀਤਾ ਸਰ। ਜਿਹੜੀ ਉਹਨੇ ਵੀ ਸਿਰਫ ਕੀ ਕਿਹਾ ਕਿ ਮੇਰੀ ਫਾਈਨੈਂਸ਼ੀਅਲ ਕੰਡੀਸ਼ਨ ਸੀ ਜੀ, ਉਹ ਕਮਜ਼ੋਰ ਸੀ। ਕਿ ਸਰ ਉਹਦੇ ਲਈ ਸਕਾਲਰਸ਼ਿਪ ਸਕੀਮ ਨਹੀਂ ਸੀ, ਉਹਨੂੰ ਕਿਉਂ ਨਹੀਂ ਮਿਲੀ? ਅਤੇ ਇਹਨਾਂ ਬੱਚਿਆਂ ਨੂੰ ਸਰ ਅਸੀਂ ਕਿੱਦਾਂ ਬਚਾ ਸਕਦੇ ਨੇ? ਉਹ ਪ੍ਰੋਜੈਕਟ ਰੈਡੀ ਕਰਕੇ ਪੂਰਾ ਇੱਕ ਪ੍ਰੋਪਰ ਡਾਟਾ ਅਸੀਂ ਕੰਪਲੇਨ ਫਾਈਲ ਕੀਤੀ ਕਿ ਇਹਨਾਂ ਬੱਚਿਆਂ ਨੂੰ ਦੇਖ ਕੇ ਸਰ ਇਹਨਾਂ 'ਤੇ ਐਕਸ਼ਨ ਲਿਆ ਜਾਵੇ। ਜਿਹੜੀ ਬੱਚਿਆਂ ਨੂੰ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਹੈ ਇਨਵੈਸਟੀਗੇਟ ਕੀਤੇ ਜਾਣ ਅਤੇ ਸਾਨੂੰ ਇਹ ਦੱਸਿਆ ਜਾਵੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਕਿੱਦਾਂ ਬਚਾ ਸਕਦੇ ਹਾਂ। ਅਤੇ ਜਿਹੜੇ ਸਾਡੇ ਕੋਲ ਸੁਜੈਸ਼ਨ ਨੇ ਇਹਨਾਂ ਬੱਚਿਆਂ ਨੂੰ ਬਚਾਉਣ ਲਈ, ਉਹ ਤੁਹਾਡੇ ਕੋਲ ਅਸੀਂ ਪਹੁੰਚਾਏ ਹਾਂ। ਅਤੇ ਇਹਨਾਂ 'ਤੇ ਜੇਕਰ ਆਪਾਂ ਕੰਮ ਕਰੀਏ ਤਾਂ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਬਚਾ ਸਕਦੇ ਹਾਂ। ਅੱਛਾ, ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸ ਦਿਓ ਬਈ, ਜਿਵੇਂ ਕਿ ਅਸੀਂ ਗੱਲ ਕਰਦੇ ਸੀ ਆਫ ਟੂ ਕੈਮਰਾ ਵੀ, ਬਈ ਤੁਸੀਂ 1 ਸਾਲ ਤੋਂ ਸਰਚ ਕਰ ਰਹੇ ਹੋ। ਹਾਲਾਂਕਿ ਉਸ ਤੋਂ ਪਹਿਲਾਂ ਵੀ ਤੁਸੀਂ ਆਪਣੀ ਸਰਚ ਰੱਖੀ ਸੀ। ਜਦੋਂ ਮੇਰੇ ਖਿਆਲ ਦੇ ਨਾਲ ਤੁਹਾਡੀ ਏਜ 16-17 ਦੀ ਹੋਣੀ, ਮੈਂ ਉਦੋਂ ਇੰਟਰਵਿਊ ਕੀਤੀ ਸੀ ਤੁਹਾਡੀ। ਕਿਤੇ ਨਾ ਕਿਤੇ ਘਰ ਦੇ ਨਹੀਂ ਤੁਹਾਨੂੰ ਹੁਣ ਕਹਿੰਦੇ ਯਾਰ ਕਿਹੜੇ ਕੰਮਾਂ 'ਚ ਲੱਗਾ, ਪੜ੍ਹਾਈ ਕਰ ਲਾ ਤੂੰ ਵੀ ਕੋਈ? ਸਰ ਬਿਲਕੁਲ ਕਹਿੰਦੇ ਨੇ, ਬਿਕੋਜ਼ ਆਫ ਮੈਂ ਇੱਕ ਕ੍ਰਿਕਟ ਪਲੇਅਰ ਸੀ, ਪਰ ਮੇਰੇ ਕੁਝ ਫਰੈਂਡ ਨਾਲ ਗਲਤ ਹੋਇਆ। ਕੁਝ ਬੱਚਿਆਂ ਨੇ ਕੰਪਲੇਨ ਕੀਤੀ ਜਾਂ ਕੁਝ ਬੱਚੇ ਨੇ ਮੇਰੇ ਫਰੈਂਡ ਸੁਸਾਈਡ ਕੀਤੀ ਜਿਨ੍ਹਾਂ 'ਤੇ ਪ੍ਰੋਪਰ ਕਾਰਵਾਈ ਨਹੀਂ ਹੋ ਪਾਈ। ਉਹਨਾਂ ਨੂੰ ਜਦੋਂ ਮੈਂ ਰੀਇਨਵੈਸਟੀਗੇਟ ਕੀਤਾ ਸਰ, ਮੈਂ ਮੈਂਟਲੀ ਡਿਪਰੈਸ ਹੋ ਗਿਆ। 2 ਮਹੀਨੇ ਮੈਂ ਵੀ ਡਿਪਰੈਸ਼ਨ 'ਚ ਰਿਹਾ। ਪਰ ਉਸ ਕੰਡੀਸ਼ਨ 'ਚ ਜਦੋਂ ਮੈਂ ਬਾਹਰ ਆ ਕੇ ਜਦੋਂ ਰਿਸਰਚ ਕਰਨੀ ਸਟਾਰਟ ਕੀਤੀ, ਅਤੇ ਮੇਰੇ ਵਾਂਗੂ ਬਹੁਤ ਸਾਰੇ ਬੱਚੇ ਸੀ ਜਿਨ੍ਹਾਂ ਨੂੰ ਹੈਲਪ ਦੀ ਨੀਡ ਨਹੀਂ ਸੀ। ਅਤੇ ਤਾਂ ਮੇਰੀ ਰਿਸਰਚ। ਤੁਸੀਂ ਕਿਉਂ ਪੜ੍ਹਾਈ ਛੱਡੀ ਸੀਗੀ? ਉਹਦਾ ਇੱਕ ਵਾਰੀ ਜਵਾਬ ਦੇਵੋ, ਕਿਉਂਕਿ ਮੈਨੂੰ ਤਾਂ ਪਤਾ ਹੀ, ਆਪਾਂ ਗੱਲਬਾਤ ਕੀਤੀ ਆ। ਮੈਂ ਚਾਹੁੰਦਾ ਕਿ ਕੈਮਰੇ ਮੂਹਰੇ ਵੀ ਇੱਕ ਵਾਰੀ ਤੁਸੀਂ ਦੱਸੋ, ਤੁਸੀਂ ਪੜ੍ਹਾਈ ਕਿਉਂ ਛੱਡੀ ਸੀਗੀ? ਸਰ ਰੀਜ਼ਨ ਇਹੀ ਸੀ ਕਿ ਮੈਂ ਕਾਫੀ ਜ਼ਿਆਦਾ ਡਿਪਰੈਸ ਹੋ ਗਿਆ ਸੀ ਉਸ ਸਮੇਂ ਜਦੋਂ ਮੇਰੇ ਫਰੈਂਡ ਨੇ ਸੁਸਾਈਡ ਕੀਤੀ ਸੀ। ਅਤੇ ਉਸ ਕਾਰਨ ਬਹੁਤ ਜ਼ਿਆਦਾ ਡੀਪਲੀ ਮੈਂ ਹੋ ਗਿਆ। ਅਤੇ ਕੋਵਿਡ ਦਾ ਟਾਈਮ ਸੀ, ਥੋੜ੍ਹੀ ਫਾਈਨੈਂਸ਼ੀਅਲ ਕੰਡੀਸ਼ਨਸ ਦੀ ਪ੍ਰੋਬਲਮ ਹੋ ਗਈ। ਬਹੁਤ ਚੀਜ਼ਾਂ ਹੁੰਦੀਆਂ ਨੇ ਸਟੂਡੈਂਟ ਲਾਈਫ ਵਿੱਚ, ਉਹਦੇ ਕਰਕੇ ਮੈਨੂੰ ਆਪਣੀ ਸਟੱਡੀ ਡਰੋਪ ਆਊਟ ਕਰਨੀ ਪਈ। ਪਰ 3 ਸਾਲ ਵਿੱਚ ਜਿਹੜੀ ਅਸੀਂ ਮਿਹਨਤ ਕੀਤੀ ਹੈ ਬੱਚਿਆਂ ਨੂੰ ਬਚਾਉਣ ਲਈ, ਗਵਰਨਮੈਂਟ ਅੱਗੇ ਰਿਕੁਐਸਟ ਹੈ ਕਿ ਜਿਹੜੀ ਸਾਡੀ ਸੁਸਾਇਟੀ ਹੈ, ਜਿਹੜੇ ਸਾਡੇ ਵਰਗੇ ਨੌਜਵਾਨ ਨੇ ਜੋ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੀ ਇੱਕ ਵਾਰੀ ਪਹਿਲ ਸੁਣੀ ਜਾਵੇ।